ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ ਆਪ ਜੀ ਨੇ ਪਿੱਛੇ ਸੁਣਿਆ ਸੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗਿਰਫਤਾਰ ਕਰਕੇ ਦਿੱਲੀ ਲਿਆਂਦਾ ਗਿਆ। ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਗਿਆ। ਇੱਕ ਸ਼ਰਤ ਰੱਖੀ ਗਈ ਕਿ ਮਹਾਰਾਜ ਤੁਸੀਂ ਆਪਣਾ ਧਰਮ ਛੱਡ ਕੇ ਹਿੰਦੂ ਹੋਣਾ ਮੁਸਲਮਾਨ ਹੋਣਾ ਕਬੂਲ ਕਰ ਲਓ, ਤੁਹਾਨੂੰ ਰਾਜ ਭਾਗ ਦਿੱਤਾ ਜਾਵੇਗਾ, ਤੁਹਾਡੇ ਪੁੱਤਰ ਨੂੰ ਉੱਚੇ ਅਹੁਦੇ ਦਿੱਤੇ ਜਾਣਗੇ। ਜੇ ਇਹ ਕਬੂਲ ਨਾ ਕੀਤਾ ਤੇ ਤੁਹਾਨੂੰ ਸ਼ਹੀਦੀ ਪ੍ਰਾਪਤ ਕਰਨੀ ਪਵੇਗੀ। ਬਾਦਸ਼ਾਹ ਨੇ ਕਿਹਾ, ਮਹਾਰਾਜ ਤੁਸੀਂ ਮੇਰੇ ਸੁਭਾਅ ਤੋਂ ਜਾਣੂ ਨਹੀਂ ਕਿ ਮੈਂ ਕੀ ਕਰ ਸਕਦਾ। ਸਤਿਗੁਰ ਕਹਿੰਦੇ, ਬਾਦਸ਼ਾਹ ਅਸੀਂ ਸਭ ਕੁਝ ਜਾਣ ਕੇ ਆਏ ਹਾਂ। ਤੂੰ ਆਪਣੇ ਪਿਤਾ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਛੱਡਿਆ, ਆਪਣੀ ਪੁੱਤਰੀ ਨੂੰ ਜੇਲ੍ਹ ਦੇ ਵਿੱਚ ਕੈਦ ਕੀਤਾ, ਰਾਜ ਭਾਗ ਸੰਭਾਲਣ ਦੇ ਵਾਸਤੇ ਆਪਣੇ ਭਰਾਵਾਂ ਦਾ ਕਤਲ ਕਰਕੇ ਦਿੱਲੀ ਦੇ ਤਖਤ ਦਾ ਮਾਲਕ ਬਣ ਕੇ ਬੈਠਾ। ਤੇਰਾ ਬਾਦਸ਼ਾਹ ਫਰਜ਼ ਬਣਦਾ ਕਿ ਤੂੰ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਵੇਖੇ, ਪਰ ਤੂੰ ਉਹਨਾਂ ਲੋਕਾਂ ਦੇ ਹੱਥਾਂ ਵਿੱਚ ਚੜ੍ਹ ਗਿਆ ਜਿਹੜੇ ਰਾਜ ਕਰਨ ਦੇ ਯੋਗ ਨੇ, ਰਾਜ ਨੂੰ ਖਤਮ ਕਰਨ ਵਾਲੇ ਪਾਸੇ ਲੈ ਜਾਂਦੇ ਨੇ। ਬਾਦਸ਼ਾਹ ਅਸੀਂ ਤੇਰੇ ਹਰ ਸਵਾਲ ਦਾ ਜਵਾਬ ਦੇਵਾਂਗੇ, ਪਰ ਜਿਹੜਾ ਧਰਮ ਛੱਡਣ ਦੀ ਗੱਲ ਆ ਇਹ ਸਾਨੂੰ ਪ੍ਰਵਾਨ ਨਹੀਂ। ਬਾਦਸ਼ਾਹ ਕਹਿਣ ਲੱਗਾ, ਮਹਾਰਾਜ ਜੇ ਤੁਸੀਂ ਧਰਮ ਨਾ ਛੱਡਿਆ ਤੇ ਤੁਹਾਨੂੰ ਤਸੀਹੇ ਚੱਲਣੇ ਪੈਣਗੇ, ਉਹ ਤਸੀਹੇ ਚੱਲਣੇ ਪੈਣਗੇ ਜਿਹੜੇ ਅੱਜ ਤੱਕ ਕਿਸੇ ਨੇ ਨਾ ਵੇਖੇ ਹੋਣ। ਸਤਿਗੁਰ ਕਹਿਣ ਲੱਗੇ, ਬਾਦਸ਼ਾਹ ਤੂੰ ਜੋ ਚਾਹਣਾ ਉਹ ਕਰਕੇ ਵੇਖ ਲੈ, ਅਸੀਂ ਆਪਣੇ ਸਿਧਾਂਤ ਦੇ ਉੱਪਰ ਸਦਾ ਚੜ੍ਹਦੀ ਕਲਾ ਵਿੱਚ ਰਹਾਂਗੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਨਾਲ ਦਿੱਲੀ ਦੇ ਵਿੱਚ ਇੱਕ ਪਿੰਜਰੇ ਦੇ ਵਿੱਚ ਕੈਦ ਕਰ ਦਿੱਤਾ ਗਿਆ। ਉਹ ਪਿੰਜਰਾ ਜਿਹਦੇ ਵਿੱਚ ਅੰਦਰ ਨੂੰ ਤਿੱਖੀਆਂ ਲੋਹੇ ਦੀਆਂ ਤਾਰਾਂ ਮੁੜੀਆਂ ਹੋਈਆਂ ਸਨ ਕਿ ਜਿਹੜਾ ਵੀ ਪਾਸਾ ਇੱਧਰ ਉੱਧਰ ਕੀਤਾ ਜਾਵੇ ਤੇ ਉਹ ਤਾਰ, ਉਹ ਕੰਡਾ ਗੁਰੂ ਸਾਹਿਬ ਦੇ ਸਰੀਰ ਨੂੰ ਚੁਭ ਜਾਂਦਾ ਸੀ। ਇੱਕ ਦਿਨ ਇਹ ਕੋਈ ਬਹੁਤਾ ਲੰਮਾ ਕੰਮ ਨਹੀਂ ਚੱਲਿਆ। ਅੰਮ੍ਰਿਤ ਵੇਲੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਭਾਈ ਮਤੀ ਦਾਸ ਨੇ ਦਰਸ਼ਨ ਦੀਦਾਰ ਕੀਤੇ। ਕੁਝ ਕਹਿੰਦੇ ਨੇ ਪ੍ਰਸ਼ਾਦ ਦਿੱਤਾ, ਪਰ ਕਿਉਂਕਿ ਇਹ ਗੱਲ ਸੰਭਵ ਨਹੀਂ ਕਿ ਕੈਦ ਦੇ ਵਿੱਚ ਹੋਣ ਤੇ ਪ੍ਰਸ਼ਾਦ ਕਿੱਥੋਂ ਆਉਣਾ ਸੀ। ਪਾਤਸ਼ਾਹ ਦੇ ਦਰਸ਼ਨ ਦੀਦਾਰ ਕੀਤੇ, ਪ੍ਰੇਮ ਦੇ ਵਿੱਚ ਭਿੱਜੇ ਹੋਏ ਮਤੀ ਦਾਸ ਨੇ ਆਖਿਆ, ਮਹਾਰਾਜ ਜੀ ਆਪ ਹੁਕਮ ਕਰੋ ਤੇ ਦਿੱਲੀ ਦੇ ਤਖਤ ਨੂੰ ਮੈਂ ਮੁੱਧਾ ਕਰ ਦੇਵਾਂ। ਇਹ ਰਿੱਧੀਆਂ ਸਿੱਧੀਆਂ ਸੰਤਾਂ ਮਹਾਂਪੁਰਸ਼ਾਂ ਦੇ ਵਸ ਵਿੱਚ ਆ ਜਾਂਦੀਆਂ ਨੇ, ਜਿਹੜੇ ਭਗਤੀ ਕਰਦੇ ਨੇ, ਜਿਹੜੇ ਆਪਣਾ ਆਪ ਮਿਟਾ ਦਿੰਦੇ ਨੇ। ਪਾਤਸ਼ਾਹ ਕਹਿਣ ਲੱਗੇ, ਮਤੀ ਦਾਸਾ ਤੂੰ ਦੱਸ ਇਹ ਸ਼ਕਤੀ ਆਈ ਕਿੱਥੋਂ? ਕਹਿੰਦਾ ਜੀ ਬਾਣੀ ਪੜ੍ਹ ਕੇ। ਕਹਿੰਦੇ ਬਾਣੀ ਕਿੱਥੋਂ ਆਈ? ਕਹਿਣ ਲੱਗੇ, ਮਹਾਰਾਜ ਗੁਰੂ ਨਾਨਕ ਪਾਤਸ਼ਾਹ, ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੇ ਆਪ ਜੀ ਦੇ ਮੁਖ 'ਚੋਂ ਉਚਾਰਨ ਕੀਤੀ ਹੋਈ ਬਾਣੀ ਪੜ੍ਹੀ, ਉਹਦੇ ਨਾਲ ਸ਼ਕਤੀ ਆ ਗਈ। ਸਤਿਗੁਰ ਕਹਿੰਦੇ, ਮਤੀ ਦਾਸਾ ਜਿਹੜੀ ਬਾਣੀ ਪੜ੍ਹ ਕੇ ਤੇਰੇ 'ਚ ਸ਼ਕਤੀ ਆ ਗਈ, ਕਿ ਬਾਣੀ ਦਾ ਰਚਨਹਾਰ ਸ਼ਕਤੀ ਤੋਂ ਖਾਲੀ ਬੈਠਾ? ਅਸੀਂ ਬਾਦਸ਼ਾਹ ਨੂੰ ਸਮਝਾਉਣਾ ਪਿਆਰ ਦੇ ਨਾਲ, ਜੇ ਇਹ ਪਿਆਰ ਦੇ ਨਾਲ ਨਾ ਸਮਝਿਆ, ਇਹਨੂੰ ਸਮਝਾਉਣ ਵਾਲਾ ਤਲਵਾਰ ਦੇ ਨਾਲ ਵੀ ਇਹਦੇ ਸਾਹਮਣੇ ਜ਼ਰੂਰ ਆਵੇਗਾ। ਅਸੀਂ ਸੀਸ ਦੇ ਕੇ ਸਮਝਾਉਣਾ, ਬਾਅਦ ਦੇ ਵਿੱਚ ਇਹਦਾ ਸੀਸ ਕੱਟਣ ਵਾਲਾ ਵੀ ਸੂਰਮਾ ਪੈਦਾ ਹੋਵੇਗਾ। ਤੂੰ ਸ਼ਾਂਤ ਚਿੱਤ ਰਹਿ, ਆਨੰਦ ਦੇ ਨਾਲ ਤਮਾਸ਼ਾ ਵੇਖ ਇੱਥੇ ਕੀ ਬਣਦਾ। ਮਤੀ ਦਾਸ ਸ਼ਾਂਤ ਚਿੱਤ ਹੋ ਗਿਆ। ਇਹ ਗੱਲ ਕਾਜੀ ਨੇ ਸੁਣੀ, ਉਹਨੇ ਬੜੇ ਮਸਾਲੇ ਲਾ ਲਾ ਕੇ ਬਾਦਸ਼ਾਹ ਨੂੰ ਸੁਣਾਈ। ਬਾਦਸ਼ਾਹ ਨੇ ਸੱਦਿਆ, ਕਹਿਣ ਲੱਗਾ, ਓਏ ਮਤੀ ਦਾਸਾ ਜਿਹੜੀ ਤੇਰੇ ਕੋਲ ਤਾਕਤਾਂ ਵਿਖਾ ਦੇ। ਤੂੰ ਕਹਿੰਦਾ ਸੀ ਦਿੱਲੀ ਦਾ ਸਿੰਘਾਸਨ ਮੋਢਾ ਮਾਰ ਸਕਦਾ, ਜੇ ਕੋਈ ਕਰਾਮਾਤ ਹੈ ਤਾਂ ਵਿਖਾ, ਮੈਨੂੰ ਤੇਰੀ ਕਰਾਮਾਤ ਦਾ ਕੋਈ ਡਰ ਨਹੀਂ। ਮਤੀ ਦਾਸ ਕਹਿਣ ਲੱਗਾ, ਬਾਦਸ਼ਾਹ ਸਭ ਕੁਝ ਕਰ ਸਕਦਾ ਸੀ, ਪਰ ਮੇਰੇ ਗੁਰੂ ਨੇ ਰੋਕ ਦਿੱਤਾ। ਹੁਣ ਜਿਹੜੀ ਤੇਰੇ ਮਨ ਦੀ ਗੱਲ ਆ ਤੂੰ ਪੂਰੀ ਕਰ ਲੈ। ਹੁਕਮ ਹੋਇਆ, ਕਾਜੀ ਨੇ ਕਿਹਾ ਇਹਨੂੰ ਜਿਉਂਦੇ ਨੂੰ ਫੱਟਿਆਂ ਦੇ ਵਿੱਚ ਬੰਨ੍ਹ ਕੇ ਚੀਰ ਕੇ ਸ਼ਹੀਦ ਕਰ ਦਿੱਤਾ ਜਾਵੇ। ਇੱਕ ਸਵਾਲ ਸੀ ਉਹਦੇ ਸਾਹਮਣੇ। ਬਾਦਸ਼ਾਹ ਕਹਿੰਦਾ, ਤੇਰੀ ਮੌਤ ਟਲ ਸਕਦੀ ਹੈ। ਕਹਿੰਦਾ ਕਿਵੇਂ? ਕਹਿਣ ਲੱਗਾ, ਤੂੰ ਧਰਮ ਛੱਡ ਦੇ, ਮੁਸਲਮਾਨ ਧਰਮ ਗ੍ਰਹਿਣ ਕਰ ਲਾ।
तेरी जिंदगी बख्शी जाएगी। किसी कवि ने लिखिया, एक नुकरे खड़ा जलाद आखे, मती दास ना दूसरी गल होवे, जेड़ी चीज़ की लोड़ है मंग छेती, हाजिर ऐसे घड़ी ऐसे पल होवे। अगों सिख ने मोड़ जवाब दिता। मती दास कहंदा, हुण मेरी सुन। अगों सिख ने मोड़ जवाब दिता, खैश आखरी जे मेरी हल होवे, मेरे सीस उत्ते जदों चले यारा, मेरा मुख गुर पिंजरे वल होवे। कहन लगा जलाद, जे मैनू कुछ दे सकदा तो जदों मेरे सीस के उपर आरा चलना, मेरा मुख गुरु के पिंजरे वल कर दे। मती दास नूं दोहां फट्टियां विच बन्निया गया। जलादा ने लिया के सीस के उपर आरा रखिया। आरा चलण लगा तो मती दास ने श्री जपजी साहिब का पाठ शुरू कर दिता। कुछ पंक्तियां पढ़ियां तो शरीर कट्टिया गया, दो फाड़ होकर डिग्या। इतिहासकार कहते ने, एक शब्द एक पंक्ति एक टोटे विचों निकलती है तो दूसरी दूसरे टोटे विचों निकलती है। आखिर संपूर्ण जपजी साहिब का पाठ कर होया ते आखिर ते क्या, जिन्नी नाम ध्याया गै मसकत काल, नानक ते मुख उजले, केती छुट्टी नाल वो परम पिता परमात्मा दे नाल मिल गया। ये गल वेख के भाई दयाला जी जिहड़े सतगुर दे नाल गए सी, वो सहार ना सके। उन्होंने भावना दे विच हो के बादशाह औरंगजेब के सामने खलो के क्या, वो बादशाह हुण तेरी सरकार जाती रहेगी, तेरा राज बहुत ही देर नहीं रहना। तू संतां महापुरुषों ते रब दे प्यारिਆਂ दे उत्ते इन्ना कहर कीता। कहते ने भाई दयाले नूं पकड़िया गया। कहन लगा, ओए तू मैनू श्राप दिता, जे कोई ताकत है तो विखा, जे बचना चाहुंदा तो असलाम ग्रहण कर ला, नहीं तो आलू की तरह उबाल दिता जाएगा। भाई दयाला जी कहन लगे, बादशाह तू जो करना कर लै, मैनू तेरी शर्त कबूल नहीं। भाई दयाले नूं देग दे विच बिठा के पानी पा के उबाल के शहीद कर दिता गया। भाई सती दास नूं जिउंदे नूं रूह की पंड दे विच बन के अग लगा के शहीद कर दिता गया। ये सारियां शहीदियां गुरु तेग बहादुर महाराज दीयां अखां दे सामने हुईयां। एक कारण सी, प्यो दे उत्ते तशद्दद होवे ते पुत दुख दे नाल पीस जांदा, पर जे किते पुत दे उपर तशद्दद होवे ते प्यो नूं पुत दे नालों भी कई गुणा वध के दर्द हुंदा। गुरु ते सिख दा रिश्ता प्यो ते पुत्र वाला सी, पर इन्हां विचार कीती कि यह तशद्दद गुरु तेग बहादुर ते करन दी बजाए जे पहलों सिखां ते कीता जावे, हो सकदा गुरु दा मन कोमल हो जावे, अपने सिख की शहीदी नूं ना सहार सकण, एक दी शहीदी तो बाद दूजे नूं बचाउण दा यतन करन, तीसरे नूं बचाउण दा यतन करन ते गुरु साहिब धर्म तो डोल जाण। पर पातशाह पर कप रहे। आखिर जदों ये 3 शहीदियां हो गईयां, बादशाह ने गुरु साहिब नूं फिर दरबार विच सद्दिया। कहण लगे, सतगुरु हुण मौका, अपनी जिंदगी बचा लो, नहीं तो दुख झलने पैणगे। पातशाह कहंदे, बादशाह इस चिट्टी धरती नूं तू खूनों खून कर दिता, अनेकां पहलों संतां ते साधुआं नूं मारिया, मेरियां अखां दे सामने मेरे पुत्रां वर्गे सिख शहीद कर दिते। हुण मैनूं तेरा पाप तेरा जुल्म डरा नहीं सकदा, तू जो चाहुंदा वो कर, मैनूं कबूल है। दिन निश्चित होया। कहन लगे, कल नूं काजी ने हुक्म सुना दिता कि भरे दरबार दे विच तेग मार के सीस धड़ तो अलग कर दिता जाएगा। वो खूह अज मौजूद है। उस खूह तो पातशाह इशनान किया, क्योंकि हथ पैर खोल दिते गए कि शायद कोई ना कोई ऐसी हरकत होवे जिहदे तो लोग वेख सकण भी गुरु तेग बहादुर अपने धर्म तो अपने सिरक तो डोल के ने दुख नूं कबूल कर लिया। पातशाह ने इशनान किया। एक रुख है वह अज भी मुढ़ मौजूद है, चांदनी चौक वाले गुरुद्वारा साहब जिथे पातशाह नूं शहीद किया गया। उस रुख के थले जाके बैठ गए।
ਉੱਥੇ ਹਿੰਦੂ ਵੀ ਆਏ, ਉੱਥੇ ਮੁਸਲਮਾਨ ਵੀ ਆਏ, ਉੱਥੇ ਸਿੱਖ ਵੀ ਆਏ। ਕਿਸੇ ਕਵੀ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਨੇ, ਇੱਕ ਨਾ ਨੂੰ ਕਿ ਚਾਹ ਕੇ ਗੋਸ਼ਟ ਖਾਂਗੇ, ਇੱਕ ਨਾ ਨੂੰ ਹੈ ਸੋਗ ਜਹਾਨੋਂ ਜਾਵਾਂਗੇ, ਚੱਲ ਬੋਲਿਆ ਇੱਥੋਂ ਚੱਲੀਏ, ਦੋਹਾਂ ਤੋਂ ਸੱਚੇ ਰਾਂਗੇ। ਮੁਸਲਮਾਨ ਕਵਾਲੀਆਂ ਗਾਉਂਦੇ ਆਉਂਦੇ ਸੀ, ਪਟੇ ਚੋਪੜੇ ਹੋਏ ਸੀ, ਇਹ ਰੌਣਕ ਮੇਲਾ ਵੇਖਣ ਆ ਰਿਹਾ ਸੀ। ਗਏ ਉੱਥੇ ਹਿੰਦੂ ਵੀਰ ਵੀ, ਗਏ ਉੱਥੇ ਸਿੱਖ ਵੀਰ ਵੀ। ਹਿੰਦੂ ਇਸ ਕਰਕੇ ਗਏ ਕਿ ਅੱਜ ਇੱਕ ਪਾਸਾ ਹੋ ਜਾਣਾ, ਸਾਡੀ ਬੋਲੀ ਤੇ ਸਾਡਾ ਜਨੇਊ ਜਾਂ ਤੇ ਸਦਾ ਵਾਸਤੇ ਰਹਿ ਜਾਵੇਗਾ ਜਾਂ ਸਦਾ ਵਾਸਤੇ ਖਤਮ ਹੋ ਜਾਵੇਗਾ। ਉਹ ਹਕੀਕਤ ਵਾਪਰੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦਰਬਾਰ ਵਿੱਚ ਆਣ ਕੇ ਬੈਠ ਗਏ, ਲੋਕ ਵੇਖਣ ਵਾਲੇ ਬੈਠ ਗਏ। ਬਾਦਸ਼ਾਹ ਔਰੰਗਜ਼ੇਬ ਆਪਣੇ ਸਿੰਘਾਸਨ 'ਤੇ ਆ ਕੇ ਬੈਠਾ। ਇੱਕ ਵਾਰ ਫਿਰ ਉੱਠ ਕੇ ਕਹਿਣ ਲੱਗਾ, ਸਤਿਗੁਰੂ ਅਜੇ ਸਮਾਂ। ਬਾਦਸ਼ਾਹ ਕਹਿੰਦੇ, ਬਾਦਸ਼ਾਹ ਜਿਹੜੀਆਂ ਚੀਜ਼ਾਂ ਤੂੰ ਸੋਚਣੀਆਂ ਨੇ ਅਸੀਂ ਸੋਚ ਕੇ ਤੁਰੇ ਸਾਂ, ਸਾਨੂੰ ਪਤਾ ਸੀ ਕਿ ਸ਼ਹੀਦੀ ਹੋਣੀ ਅਟੱਲ ਹੈ। ਤੂੰ ਆਪਣਾ ਕਰਮ ਕਰ, ਅਸੀਂ ਆਪਣਾ ਕਰਮ ਕਰਦੇ ਹਾਂ। ਸਮਾਣੇ ਦੇ ਜਲਾਦਾਂ ਨੂੰ ਹੁਕਮ ਦਿੱਤਾ। ਉਸ ਜਲਾਦ ਨੇ, ਮੈਨੂੰ ਕਈ ਵਾਰੀ ਬੜਾ ਦੁੱਖ ਹੁੰਦਾ ਕਿ ਸਾਡੇ ਇਤਿਹਾਸਕਾਰਾਂ ਨੇ ਗੁਰੂ ਸਾਹਿਬ ਨਾਲ ਇਨਸਾਫ ਨਹੀਂ ਕੀਤਾ। ਕੋਈ ਕਹਿੰਦਾ ਜੀ ਉਹਦੇ 'ਤੇ ਤੰਦ ਬੰਨ੍ਹ ਦਿੱਤਾ, ਉਹਨੂੰ ਖੂਨ ਨਹੀਂ ਲੱਗਾ, ਕੋਈ ਕੁਝ ਕਹਿੰਦਾ, ਕੋਈ ਕੁਝ ਕਹਿੰਦਾ। ਹਕੀਕਤ ਹੈ, ਉਹਨੂੰ ਬਿਆਨ ਕਰਨਾ ਚਾਹੀਦਾ। ਬਾਦਸ਼ਾਹ ਔਰੰਗਜ਼ੇਬ ਸਤਿਗੁਰ ਦੇ ਸਾਹਮਣੇ ਆ ਕੇ ਕਹਿਣ ਲੱਗਾ, ਬਾਦਸ਼ਾਹ ਸਤਿਗੁਰੂ ਤੁਹਾਡਾ ਨਾਮ ਆ ਤੇਗ ਦਾ ਬਹਾਦਰ, ਤੇਗ ਬਹਾਦਰ, ਜਲਾਦ ਦੀ ਤੇਗ ਚੱਲੇਗੀ। ਜੇ ਤੁਹਾਡਾ ਸੀਸ ਨਾ ਕੱਟਿਆ ਗਿਆ ਤੇ ਵਾਕਈ ਤੁਸੀਂ ਤੇਗ ਬਹਾਦਰ ਹੋ। ਜੇ ਤਲਵਾਰ ਦੇ ਨਾਲ ਸੀਸ ਲੈ ਗਿਆ ਫਿਰ ਤੇਗ ਦੇ ਬਹਾਦਰ ਕਿਹੜੇ। ਬਾਦਸ਼ਾਹ ਕਹਿੰਦੇ, ਬਾਦਸ਼ਾਹ ਇਹ ਗੱਲ ਨਹੀਂ, ਹੁਣ ਸਾਡੀ ਗੱਲ ਸੁਣ। ਤੇਰੀ ਚੱਲੀ ਤਲਵਾਰ, ਸਾਡਾ ਸੀਸ ਧੜ ਤੋਂ ਜੁਦਾ ਹੋ ਜਾਣਾ। ਇਸ ਡੁੱਲੇ ਹੋਏ ਕੌਮ ਦੇ ਖੂਨ ਦੇ ਵਿੱਚੋਂ ਜੇ ਤੇ ਮਾਸੂਮ ਲੋਕ ਤਲਵਾਰਾਂ ਚੁੱਕਣ ਦੇ ਯੋਗ ਹੋ ਗਏ, ਉਹ ਤੇਰੀ ਤਲਵਾਰ ਦੇ ਸਾਹਮਣੇ ਸੀਨਾ ਤਾਣ ਕੇ ਖਲੋਣ ਦੇ ਯੋਗ ਹੋ ਗਏ। ਸਮਝ ਲਈ ਅਸੀਂ ਤੇਗ ਬਹਾਦਰ ਹਾਂ। ਜੇ ਸਾਡੀ ਸ਼ਹੀਦੀ ਤੋਂ ਬਾਅਦ ਵੀ ਅੱਜ ਦੇ ਹਿੰਦੂਆਂ ਦੀ ਤਰ੍ਹਾਂ ਤੇਰੇ ਸਾਹਮਣੇ ਸਿਰ ਝੁਕਾ ਕੇ ਖਲੋਣ ਵਾਲੇ ਸਾਰੇ ਹੋਏ, ਸਮਝ ਲਈ ਤੇਗ ਬਹਾਦਰ ਨਹੀਂ ਸੀ। ਉਸ ਵਕਤ ਸਤਿਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ 'ਤੇ ਕਿਰਪਾਨ ਦਾ ਵਾਰ ਹੋਇਆ, ਤਲਵਾਰ ਦਾ ਵਾਰ ਹੋਇਆ ਤੇ ਸਤਿਗੁਰੂ ਜੀ ਦੀ ਸ਼ਹਾਦਤ ਹੋਈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸੀਸ ਨੂੰ ਭਾਈ ਜੈਤਾ ਜੀ ਲੈ ਕੇ 4 ਦਿਨ ਦੀ ਅਣਥੱਕ ਮਿਹਨਤ ਤੋਂ ਬਾਅਦ ਕੀਰਤਨਪੁਰ ਸਾਹਿਬ ਪਹੁੰਚੇ। ਉਸ ਸੀਸ ਨੂੰ ਸ਼੍ਰੀ ਅਨੰਦਪੁਰ ਸਾਹਿਬ ਲਿਆਣ ਕੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿਖੇ ਕੱਲੇ ਸੀਸ ਦਾ ਸੰਸਕਾਰ ਸੰਗਤਾਂ ਦੀ ਹਜ਼ੂਰੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਨੇ ਆਪਣੇ ਹੱਥੀਂ ਕੀਤਾ। ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਆਪਣਾ ਸੀਸ ਵਾਰ ਕੇ ਹਿੰਦੂ ਧਰਮ ਨੂੰ ਬਚਾਇਆ। ਉਹ ਧਰਮ ਜਿਹੜਾ ਅੱਜ ਕਹਿੰਦਾ ਕਿ ਮੈਂ, ਜਿਵੇਂ ਔਰੰਗਜ਼ੇਬ ਕਹਿੰਦਾ ਸੀ ਕਿ ਮੈਂ ਕੋਈ ਹੋਰ ਧਰਮ ਨਹੀਂ ਰਹਿਣ ਦੇਣਾ, ਅੱਜ ਉਹ ਹਿੰਦੂ ਧਰਮ ਕਹਿੰਦਾ ਕਿ ਮੈਂ ਹਿੰਦੁਸਤਾਨ ਦੇ ਵਿੱਚ ਹੋਰ ਕਿਸੇ ਨੂੰ ਵਸਣ ਨਹੀਂ ਦੇਣਾ। ਉਹ ਭੁੱਲ ਗਏ ਕਿ ਜੇ ਉਸ ਵਕਤ ਹਿੰਦੂ ਖਤਮ ਨਹੀਂ ਹੋਇਆ ਤੇ ਅੱਜ ਨਾ ਸਿੱਖ ਖਤਮ ਹੋ ਸਕਦਾ ਤੇ ਨਾ ਇੱਥੋਂ ਮੁਸਲਮਾਨ ਖਤਮ ਹੋ ਸਕਦਾ। ਕਿਸੇ ਦੀ ਜ਼ਰੂਰਤ ਨਹੀਂ ਇਸ ਕੌਮ ਨੂੰ ਖਤਮ ਕਰ ਜਾਣ ਦੀ। ਇੰਨੀਆਂ ਬੇਨਤੀਆਂ ਪ੍ਰਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।